TBN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸਿਹਤ ਸੰਸਾਰ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਅੱਜ ਫਿਰ ਤੋਂ ਆਪਣੇ ਮਹਿਮਾਨ ਨੇ ਡਾਕਟਰ ਅਰਿਦਮਨ ਮਾਹਲ ਸਾਹਿਬ। ਪਿਛਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਬਹੁਤ ਭਰਪੂਰ ਹੁੰਗਾਰਾ ਦਿੱਤਾ ਹੈ। ਹਲਦੀ ਕੀ ਸੀ, ਹਲਦੀ ਕੀ ਹੈ, ਹਲਦੀ ਕਿਉਂ ਵਰਤਣੀ ਚਾਹੀਦੀ ਹੈ, ਉਹਦੇ ਮੁਤਲਕ ਵਿਸਥਾਰ ਤੇ ਜਾਣਕਾਰੀ ਸਾਂਝੀ ਕੀਤੀ ਗਈ ਸੀ। ਜੇਕਰ ਹਾਲੇ ਵੀ ਉਹ ਪ੍ਰੋਗਰਾਮ ਨਹੀਂ ਦੇਖਿਆ ਤਾਂ ਬੇਨਤੀ ਹੈ ਕਿ ਉਹ ਵੇਖਿਓ ਜ਼ਰੂਰ ਤੇ ਅੱਗੇ ਭੇਜਿਓ ਜ਼ਰੂਰ। ਤੇ ਅੱਜ ਵੀ ਇਸੇ ਤਰ੍ਹਾਂ ਦਾ ਇੱਕ ਪ੍ਰੋਗਰਾਮ ਅਸੀਂ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ, ਪਰ ਉਹਦੇ ਤੋਂ ਪਹਿਲਾਂ ਆਓ ਡਾਕਟਰ ਅਰਿਦਮਨ ਮਾਹਲ ਸਾਹਿਬ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ ਤੁਹਾਡੇ ਲਈ। ਡਾਕਟਰ ਸਾਹਿਬ, ਪਿਛਲੇ ਪ੍ਰੋਗਰਾਮ ਦਾ ਭਰਪੂਰ ਹੁੰਗਾਰਾ ਮਿਲਿਆ ਹੈ ਤੇ ਅੱਜ ਆਪਾਂ ਜਿਸ ਮਸਲੇ ਤੇ ਗੱਲਬਾਤ ਕਰਨੀ ਚਾਹੁੰਦੇ ਹਾਂ ਕਿ ਸਾਡੇ ਆਲੇ ਦੁਆਲੇ ਜਾਂ ਸਾਡੀ ਰਸੋਈ ਦੇ ਵਿੱਚ ਬਹੁਤ ਸਾਰੇ ਪਦਾਰਥ ਨੇ। ਸਾਡੀਆਂ ਬੀਬੀਆਂ, ਸਾਡੇ ਬਜ਼ੁਰਗ ਅਕਸਰ ਉਹਨਾਂ ਚੀਜ਼ਾਂ ਦੀ ਵਰਤੋਂ ਕਰਦੇ ਸੀ, ਪਰ ਕਈ ਚੀਜ਼ਾਂ ਸਾਨੂੰ ਮਿੱਥ ਲੱਗਦੀਆਂ ਨੇ, ਕਈ ਸਾਨੂੰ ਟੂਣਾ ਲੱਗਦੀਆਂ ਨੇ। ਉਹਨਾਂ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੀ ਇਸ ਤਰ੍ਹਾਂ ਦੀ ਗੰਧ ਬਹੁਤ ਹੈ ਜੀ। ਪਤਾ ਲੱਗ ਜਾਂਦਾ ਕਿ ਲਸਣ ਇੱਥੇ ਪਿਆ ਤੇ ਹਿੰਗ ਇੱਥੇ ਪਈ ਆ। ਪਿੰਡਾਂ ਵਿੱਚ ਪਹਿਲਾਂ ਤਾਂ ਹਿੰਗ ਵੇਚਣ ਵਾਲੇ ਆਉਂਦੇ ਵੀ ਹੁੰਦੇ ਸੀ ਜੀ। ਜਿਵੇਂ ਹਲਦੀ ਦੇ ਬਾਬਤ ਵਿਸਥਾਰਤ ਤੁਸੀਂ ਜਾਣਕਾਰੀ ਦਿੱਤੀ ਹੈ, ਲਸਣ ਅਤੇ ਹਿੰਗ ਇਹ ਕਿੰਨੇ ਕੁ ਫਾਇਦੇਮੰਦ ਨੇ ਜਾਂ ਕਿੰਨੇ ਕੁ ਨੁਕਸਾਨਦਾਇਕ ਨੇ, ਤੇ ਇਹਦੇ ਨਾਲ ਜੁੜੀਆਂ ਜਿਹੜੀਆਂ ਕਹਾਣੀਆਂ ਨੇ ਅਸਲ ਦੇ ਵਿੱਚ ਉਹ ਕੀ ਸੱਚੀਆਂ ਨੇ ਕੀ ਝੂਠੀਆਂ ਨੇ, ਮੈਂ ਚਾਹੁੰਦਾ ਕਿ ਆਪਾਂ ਇਹਦੇ ਉੱਤੇ ਅੱਜ ਜ਼ਰੂਰ ਗੱਲਬਾਤ ਕਰੀਏ ਜੀ। ਇਹ ਬੜਾ ਸੋਹਣਾ ਵਿਸ਼ਾ ਤੁਸੀਂ ਚੁਣਿਆ ਹੈ, ਕਿਉਂਕਿ ਬਹੁਤ ਅਲੋਪ ਹੋ ਰਹੇ ਚੇਟਕ ਨੇ ਜੀ, ਅਲੋਪ ਹੋ ਰਹੀਆਂ ਚੀਜ਼ਾਂ ਨੇ, ਉਹਨਾਂ ਬਾਰੇ ਅਸੀਂ ਵਰੀ ਕਰਦੇ ਹਾਂ। ਤੇ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਜਿਹੜੀ ਅਲੋਪ ਹੋ ਰਹੀ ਵਿਜ਼ਡਮ ਹੈ ਜੀ, ਜਿਹਦਾ ਕਿ ਪਿਛੋਕੜ ਜਿਹੜਾ ਆ ਉਹ ਸੀ ਪੰਜਾਬ ਦਾ। ਪੰਜਾਬ ਤੋਂ ਪਹਿਲਾਂ ਪੰਚਨਦ, ਪੰਚਨਦ ਤੋਂ ਪਹਿਲਾਂ ਸਪਤ ਸਿੰਧੂ, ਸਪਤ ਸਿੰਧੂ ਤੋਂ ਪਹਿਲਾਂ ਅਸ਼ਟਨਦ, ਦੇਵ ਭੂਮੀ, ਆਰਿਆਵਰਤ, ਕੋਈ 12,000 ਸਾਲ ਤੱਕ ਪਿੱਛੇ ਚਲੇ ਜਾਈਏ ਤੇ ਸਾਰੀ ਮਿੱਥ ਤੇ ਮਿੱਥ ਤੋਂ, ਇਤਿਹਾਸ ਤੋਂ ਲੈ ਕੇ ਹੁਣ ਤੱਕ ਅਸੀਂ ਮਹਿਸੂਸ ਕੀਤਾ ਹੈ ਕਿ ਜੋ ਸਾਡੀ ਕਿਚਨ ਦੇ ਵਿੱਚ ਹਰਬਸ ਐਂਡ ਸਪਾਈਸਿਸ ਯੂਜ਼ ਹੁੰਦੇ ਸੀ, ਉਹਨਾਂ ਦੀ ਮੈਡੀਸਨਲ ਵੈਲਿਊ, ਉਹਨਾਂ ਦੀ ਹੀਲਿੰਗ ਵੈਲਿਊ ਕਿੰਨੀ ਜ਼ਿਆਦਾ ਸੀ। ਸੋ ਤੁਸੀਂ ਅੱਜ ਗੱਲ ਕੀਤੀ ਆ ਹਿੰਗ ਦੀ ਜਾਂ ਲਸਣ ਦੀ। ਹਿੰਗ ਇੱਕ ਇਹੋ ਜਿਹੀ ਚੀਜ਼ ਹੈ, ਤੁਸੀਂ ਦੱਸਿਆ ਕਿ ਪੁਰਾਤਨ ਸਮਿਆਂ 'ਚ ਲੋਕ ਵੇਚਣ ਆਉਂਦੇ ਹੁੰਦੇ ਸੀ। ਅੱਜ ਕੱਲ ਸਾਨੂੰ ਸਾਬਤ ਹਿੰਗ ਤੇ ਕਿਤੇ ਮਿਲਦੀ ਨਹੀਂ। ਹਿੰਗ ਦਾ ਪਾਊਡਰ ਮਿਲਦਾ ਹੈ, ਪਰ ਜੋ ਮਿਲਦਾ ਹੈ ਮਾਰਕੀਟ 'ਚ ਉਹਦੇ ਨਾਲ ਸਾਨੂੰ ਵਰਤੋਂ ਕਰਨੀ ਪੈਂਦੀ ਹੈ। ਹਿੰਗ ਦਾ ਜਿਹੜਾ ਪਹਿਲਾ ਕੰਮ ਹੁੰਦਾ ਸੀ, ਜਦੋਂ ਵੀ ਕਿਤੇ ਵਾਈ ਚੀਜ਼ਾਂ ਦਾ ਪ੍ਰਯੋਗ ਹੁੰਦਾ ਸੀ, ਸਾਡੀ ਭੋਜਨ ਦੇ ਲਈ ਵਾਈ ਚੀਜ਼ਾਂ, ਜਿਹਦੇ ਵਿੱਚ ਸਾਡੇ ਭੋਜਨ ਦਾ ਟੋਟਲ ਸਟਫ ਜਿਹੜਾ ਉਹ 90% ਵਾਈ ਆ। ਇਸ ਕਰਕੇ ਗਰਮ ਮਸਾਲਾ ਬਣਿਆ ਸੀ ਤੇ ਠੰਡਾ ਕੋਈ ਨਹੀਂ ਬਣਿਆ। ਸੋ ਇਸ ਕਰਕੇ ਹੀ ਜੈਫਲ, ਜਵਤਰੀ, ਦਾਲਚੀਨੀ, ਛੋਟੀ ਇਲਾਇਚੀ, ਮੋਟੀ ਇਲਾਇਚੀ, ਕਾਲੀ ਮਿਰਚ, ਮਗਾਂ, ਸੁੰਡ, ਇਹ ਗਰਮ ਚੀਜ਼ਾਂ ਵਰਤੋਂ ਕੀਤੀ ਜਾਂਦੀ ਸੀ ਤਾਂ ਕਿ ਮਸਾਲੇ ਦੇ ਵਿੱਚ ਪਾ ਕੇ ਉਹ ਸਬਜ਼ੀ ਨੂੰ ਨਿਊਟਰਲ ਕਰ ਦਿੱਤਾ ਜਾਏ। ਜੇ ਤੁਸੀਂ ਕਹੋ ਕਿ ਅੱਜ ਵੀ ਸਵਾਦਿਸ਼ਟ ਖਾਣੇ ਜਿਹੜੇ ਆ, ਚੌਲ, ਆਲੂ, ਮਾਂ, ਰਾਜਮਾ, ਕੜੀ, ਛੋਟੇ ਕਾਲੇ ਚਨੇ, ਸਫੇਦ ਚਨੇ, ਰੌਂਗੀ ਹੋਈ, ਜਾਂ ਇਹ ਸਾਰੀਆਂ ਚੀਜ਼ਾਂ ਅੱਤ ਦੀਆਂ ਵਾਈ ਨੇ। ਤੇ ਵਾਈ ਦੇ ਨਾਲ ਜਿਹੜੀਆਂ 90% ਸਰੀਰ ਦੀਆਂ ਬਿਮਾਰੀਆਂ ਉਹ ਵਾਈ ਤੋਂ ਹੀ ਆਉਂਦੀਆਂ। ਸੋ ਇਸ ਕਰਕੇ ਸਾਡੀ ਸਬਜ਼ੀ ਦੀ ਕੁਕਿੰਗ ਦੇ ਦਰਮਿਆਨ ਲਸਣ, ਪਿਆਜ਼, ਅਦਰਕ, ਟਮਾਟਰ, ਚਾਰੇ ਚੀਜ਼ਾਂ ਗਰਮ ਤਸੀਰ ਦੀਆਂ ਸੀ ਉਹਨੂੰ ਨਿਊਟਰਲ ਕਰਨ ਵਾਸਤੇ। ਉੱਤੋਂ ਫਿਰ ਗਰਮ ਮਸਾਲਾ, ਉਸ ਵੇਲੇ ਘੋਟਣਾ ਜਿਹੜਾ ਸੀ ਉਹ ਪੱਥਰ ਦਾ ਹੁੰਦਾ ਸੀ। ਇੱਥੋਂ ਫੜ ਉੱਥੋਂ ਫੜ, ਨਿੰਮ ਦਾ ਘੋਟਣਾ, ਪੱਥਰ ਦਾ ਚੱਠੂ ਤੇ ਵੱਟਾ ਹੁੰਦੇ ਸੀਗੇ, ਉਹਦੇ ਨਾਲ ਅਸੀਂ ਕੁੱਟ ਕੇ ਤੇ ਉਹ ਸਤਵੇਂ ਘਰ ਪਤਾ ਲੱਗ ਜਾਂਦਾ ਸੀ ਕਿ ਫਲਾਣੇ ਦੇ ਘਰ ਸਬਜ਼ੀ ਬਣ ਰਹੀ ਹੈ। ਉਹ ਮਸਾਲੇ ਹੁੰਦੇ ਸੀ। ਸੋ ਜਿੱਥੋਂ ਤੱਕ ਹਿੰਗ ਦਾ ਸਵਾਲ ਹੈ, ਹਿੰਗ ਸਾਡੇ ਕੋਲ ਵਾਈ ਦਾ ਨਾਸ਼ ਕਰਨ ਵਾਸਤੇ ਪਹਿਲੇ ਨੰਬਰ ਤੇ ਆਉਂਦਾ। ਜਦੋਂ ਕਿਤੇ ਮਾਂ ਬਣਦੇ ਸੀ, ਜਦੋਂ ਕਿਤੇ ਰਾਜਮਾ ਬਣਦੇ ਸੀ, ਜਦੋਂ ਕਿਤੇ ਕੜੀ ਬਣਦੀ ਸੀ, ਅੱਤ ਦੀਆਂ ਵਾਈ ਹੁੰਦੀਆਂ ਜਾਂ ਹੋਰ ਵਾਈ ਸਬਜ਼ੀਆਂ, ਉਹਦੇ ਵਿੱਚ ਹਿੰਗ ਥੋੜੀ ਜਿਹੀ ਕਣਕ ਦੇ ਦਾਣੇ ਜਿੰਨੀ ਦੇਸੀ ਘਿਓ ਦੇ ਵਿੱਚ ਉਹਨੂੰ ਰਾੜ ਕੇ ਤੇ ਉਹਨੂੰ ਘੋਲ ਕੇ ਤੇ ਉਹਦਾ ਅਸੀਂ ਤੜਕਾ ਲਾਉਂਦੇ ਸਾਂ। ਤੇ ਉਹ ਇੱਕ ਚੁੰਡੀ ਪਰ ਜਿਹੜੀ ਹਿੰਗ ਆ ਉਹ ਸਾਰੀ ਦੀ ਸਾਰੀ ਵਾਈ ਨੂੰ ਸਾਰੇ
ਪਰਿਵਾਰ ਦੇ ਲਈ ਜਿਹੜਾ ਫੂਡ ਕੁੱਕ ਕੀਤਾ ਉਹਦੀ ਵਾਈ ਨੂੰ ਮਾਰ ਦਿੰਦੀ ਸੀ, ਨਿਊਟਰਲ ਕਰ ਦਿੰਦੀ ਸੀ। ਫਿਰ ਉਸ ਵੇਲੇ ਰੂਮੇਟੋਇਡ ਆਰਥਰਾਈਟਿਸ, ਜੋੜਾਂ ਦੀਆਂ ਦਰਦਾਂ ਵਾਲਾ, ਨਿਊਰੋਮਸਕੂਲਰ ਪੇਨ, ਸਭ ਵਾਈ ਬਿਮਾਰੀਆਂ ਜਿੰਨੀਆਂ ਹੁੰਦੀਆਂ ਸਾਰਿਆਂ 'ਚ ਵਰਤੋਂ ਕੀਤੀ ਜਾ ਸਕਦੀ ਸੀ। ਸੋ ਇਹਦਾ ਸੀ ਵਰਤੋਂ। ਔਰ ਹਿੰਗ, ਜਿਸ ਘਰ ਦੇ ਵਿੱਚ ਹਿੰਗ ਪਈ ਹੁੰਦੀ ਸੀ ਪਿਓਰ, ਭਾਵੇਂ ਉਹ 7 ਪੁੜੀਆਂ ਬੰਨ ਕੇ ਰੱਖ ਲਏ ਇੱਕ ਦੂਜੇ ਦੇ ਉੱਤੇ, ਤਾਂ ਵੀ ਉਹਦੀ ਡੋਰ ਦਾ ਘਰੋਂ ਐਂਟਰ ਕਰਦਿਆਂ ਪਤਾ ਲੱਗ ਜਾਂਦਾ ਸੀ ਕਿ ਇਹ। ਸੋ ਹਿੰਗ ਨੂੰ ਐਂਟੀ ਵਾਇਰਲ, ਐਂਟੀ ਬੈਕਟੀਰੀਅਲ, ਐਂਟੀ ਫੰਗਲ ਸਾਡੇ ਮੁੱਢ ਕਦੀਮ ਦੀ ਸਿਆਣਪ ਸੀ ਜਿਹੜੀ ਉਹਦੇ ਵਿੱਚ ਮੰਨਿਆ ਗਿਆ। ਜਿਵੇਂ ਕਿ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਕਿ ਪੁਰਾਤਨ ਸਮਿਆਂ ਦੇ ਵਿੱਚ ਜਦੋਂ ਬੱਚਾ ਪੈਦਾ ਹੁੰਦਾ ਸੀ ਤੇ ਬੱਚਾ ਤੇ ਮਾਂ ਦੇ ਕੋਲ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਸੀ, ਚਾਹੇ ਉਹ 13 ਦਿਨ ਹੋਣ, ਚਾਹੇ ਉਹ ਸਵਾ ਮਹੀਨਾ ਹੋਵੇ। ਰਿਸਟ੍ਰਿਕਟਿਡ ਐਂਟਰੀ ਹੁੰਦੀ ਸੀ, ਹਰ ਕੋਈ ਨਹੀਂ ਜਾ ਸਕਦਾ ਸੀ। ਲੇਕਿਨ ਉਹ ਕਮਰਾ ਬੇਸ਼ੱਕ ਕੱਚਾ ਹੀ ਹੁੰਦਾ ਸੀ, ਉੱਥੇ ਸਿਰਕੀ ਬੱਧੀ ਹੁੰਦੀ ਸੀ, ਸਰਕੜਿਆਂ ਦਾ ਦਰਵਾਜ਼ਾ ਬਣਿਆ ਹੁੰਦਾ ਸੀ, ਜਾਂ ਰੇਜਾ ਹੀ ਟੰਗਿਆ ਹੁੰਦਾ ਸੀਗਾ ਓਲਾ ਕਰਨ ਵਾਸਤੇ। ਉੱਤੇ ਬਾਰ-ਬਾਰ ਇੱਕ ਹਾਰ ਬੱਧਾ ਹੁੰਦਾ ਸੀ। ਉਹ ਹਾਰ ਸੀ ਜਿਹੜਾ ਉਹ ਸ਼ਰੀਂ ਦੇ ਪੱਤੇ, ਨਿੰਬੂ, ਮਿਰਚਾਂ, ਇਹਨਾਂ ਦਾ ਹਾਰ ਬੱਧਾ ਹੁੰਦਾ ਸੀ। ਤੇ ਅਸੀਂ ਨਿੱਕਿਆਂ ਹੁੰਦਿਆਂ ਕਹਿੰਦੇ ਸੀ ਕਿ ਇਹ ਟੂਣਾ ਹੈ। ਲੇਕਿਨ ਜਿਉਂ-ਜਿਉਂ ਸਾਨੂੰ ਸਮਝ ਆਈਆਂ, ਜਿਉਂ-ਜਿਉਂ ਅਸੀਂ ਵੱਡੇ ਹੋਏ, ਸਾਨੂੰ ਪਤਾ ਲੱਗਾ ਕਿ ਉਹਦੀ ਸਾਇੰਟੀਫਿਕ ਵੈਲਿਊ ਕਿੰਨੀ ਸੀ। ਇਸ ਤੋਂ ਵੀ ਅੱਗੇ ਜਾ ਕੇ ਮਾਂ ਦੇ ਤੇ ਬੱਚੇ ਦੇ ਡੋਲੇ ਦੇ ਉੱਤੇ ਸੋਹਣੇ ਜਿਹੇ ਕੱਪੜੇ ਦੇ ਵਿੱਚ ਹਿੰਗ ਤੇ ਰਾਈ ਲੈ ਕੇ ਬੰਦੀ ਹੁੰਦੀ ਸੀ। ਉਹ ਤਵੀਜ਼ ਬੱਧਾ ਹੁੰਦਾ ਸੀ ਬੱਚੇ ਨੂੰ ਵੀ ਤੇ ਮਾਂ ਨੂੰ ਵੀ। ਉਸ ਵੇਲੇ ਲੋਕਾਂ ਨੂੰ ਪੁੱਛਣਾ ਤੇ ਪਤਾ ਨਹੀਂ ਸੀ ਹੁੰਦਾ, ਲੇਕਿਨ ਜਿਉਂ ਅਸੀਂ ਬਾਅਦ ਸਰਚ ਕੀਤੀ, ਰਿਸਰਚ ਕੀਤੀ ਕਿ ਇਹ ਕਿਉਂ ਸੀ, ਫਿਰ ਪਤਾ ਲੱਗਾ ਕਿ ਇਹਦੀ ਪ੍ਰੈਜ਼ੈਂਸ ਦੇ ਵਿੱਚ, ਹਿੰਗ ਤੇ ਰਾਈ ਦੀ ਪ੍ਰੈਜ਼ੈਂਸ ਦੇ ਵਿੱਚ ਕੋਈ ਬੈਕਟੀਰੀਆ ਨਹੀਂ ਆ ਸਕਦਾ, ਕੋਈ ਵਾਇਰਸ ਨਹੀਂ ਆ ਸਕਦਾ, ਕੋਈ ਫੰਗਸ ਨਹੀਂ ਆ ਸਕਦੀ। ਸੋ ਭਾਵ ਇਹ ਕਿ ਬਾਹਰੋਂ ਅਗਰ ਕਿਤੇ ਆਵੇ ਵੀ ਤੇ ਇਹ ਜਿਹੜੀਆਂ ਇਨਫੈਕਸ਼ੀਅਸ ਡਿਜ਼ੀਜ਼ਸ, ਖਾਸ ਕਰਕੇ ਉਹ ਵਾਇਰਲ ਹੋਣ, ਬੈਕਟੀਰੀਅਲ ਹੋਣ, ਉਹ ਨਹੀਂ ਸੀ ਵਾਇਰਸ ਬੈਕਟੀਰੀਆ ਅੰਦਰ ਜਾ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਜੀ। ਅੱਜ ਕੱਲ ਵੀ ਇਹ ਬੜਾ ਪ੍ਰਚਲਿਤ ਹੈ ਕਿ ਫ੍ਰਿਜ ਦੇ ਵਿੱਚ ਲੋਕ ਨਿੰਬੂ ਕੱਟ ਕੇ ਅੱਧਾ ਰੱਖ ਛੱਡਦੇ ਆ। ਇਹ ਕਿਉਂ ਰੱਖਦੇ ਆ? ਕਿਉਂਕਿ ਨਿੰਬੂ ਦੀ ਜਿਹੜਾ ਮੋਇਸਚਰ ਆ, ਉਹਦੀ ਜਿਹੜਾ ਇਸੈਂਸ ਹੈ, ਉਹਦੀ ਜਿਹੜੀ ਖੁਸ਼ਬੂ ਆ, ਉਹਦੇ ਆਇਲਸ ਨੇ, ਉਹ ਅੰਦਰ ਦੀ ਅੰਦਰ ਘੁੰਮਦੇ ਰਹਿੰਦੇ ਆ। ਔਰ ਹੁੰਦਾ ਕੀ ਸੀ ਕਿ ਇੱਕ ਚੀਜ਼ ਦਾ ਸਵਾਦ ਦੂਸਰੇ ਭੋਜਨ 'ਚ ਚਲਾ ਜਾਂਦਾ ਸੀ, ਦੂਸਰੇ ਭੋਜਨ ਦਾ ਸਵਾਦ ਤੀਸਰੇ ਚਲਾ ਜਾਂਦੀ, ਖੜਾ ਇਹਦੇ 'ਚ ਇਹਦੀ ਆਉਂਦੀ। ਫਿਰ ਕਹਿੰਦੇ ਸੀ ਨਿੰਬੂ ਕੱਟ ਕੇ ਰੱਖ ਦਿਓ। ਇਹਦਾ ਮਤਲਬ ਇਹ ਸੀ ਕਿ ਉਹਦੀ ਓਡੋਰ ਹੈ ਜਿਹੜੀ, ਉਹ ਦੂਸਰੇ 'ਚ ਨਹੀਂ ਜਾਂਦੀ ਜੇ ਨਿੰਬੂ ਕੱਟ ਕੇ ਰੱਖਦੇ। ਇਹਦਾ ਮਤਲਬ ਇਹ ਆ ਕਿ ਜਿਹੜੀਆਂ ਚੀਜ਼ਾਂ ਉੱਡ ਕੇ ਇੱਕ ਭੋਜਨ ਤੋਂ ਦੂਸਰੇ ਭੋਜਨ 'ਚ ਜਾਂਦੀਆਂ ਸੀ, ਨਿੰਬੂ ਰੱਖਣ ਕਰਕੇ ਬੈਠ ਕੇ। ਉਸ ਤੋਂ ਬਾਅਦ ਤੁਸੀਂ ਹਿੰਗ ਤੇ ਰਾਈ ਦੀ ਗੱਲ ਕਰ ਲਓ ਜੀ। ਹੁਣ ਹਿੰਗ ਤੇ ਰਾਈ ਜਿਸ ਘਰ ਦੇ ਵਿੱਚ ਇਹ ਪ੍ਰੈਕਟਿਸ ਕੀਤੀ ਜਾਂਦੀ ਸੀ, ਉਹਨਾਂ ਦਾ ਬੱਚਾ ਬਚਪਨ 'ਚ ਜਾਂ ਮਾਂ, ਕਿਉਂਕਿ ਇਮਿਊਨਿਟੀ ਬੜੀ ਘਟੀ ਹੁੰਦੀ ਹੈ, ਉਸ ਵੇਲੇ ਬਿਮਾਰ ਨਹੀਂ ਹੁੰਦੇ ਸੀ। ਹੌਲੀ ਹੌਲੀ ਇਹ ਚੀਜ਼ਾਂ ਜੋ ਐਡਵਾਂਸਮੈਂਟ ਹੋਈ, ਜੋ ਮਾਡਰਨਿਟੀ ਆਈ, ਜੋ ਸਾਇੰਸ ਪ੍ਰੈਕਟਿਸ, ਟੈਕਨੋਲੋਜੀ ਪ੍ਰੈਕਟਿਸ ਸਾਡੇ ਕੋਲ ਆ ਗਈਆਂ, ਤੇ ਅਸੀਂ ਇਹਨਾਂ ਚੀਜ਼ਾਂ ਤੋਂ ਯਕੀਨ ਛੱਡ ਦਿੱਤਾ। ਪਰ ਅਸੀਂ ਇਹਨਾਂ ਦੀਆਂ ਗੁਣਾਂ ਤੋਂ ਮੁਨਕਰ ਨਹੀਂ ਹੋ ਸਕਦੇ। ਸੋ ਹਿੰਗ ਤੇ ਰਾਈ, ਜਦੋਂ ਵੀ ਕਿਤੇ ਅਸੀਂ ਅਚਾਰ ਪਾਉਂਦੇ ਸਾਂ, ਅੱਜ ਕੱਲ ਤੇ ਅਚਾਰ ਦਾ ਜ਼ਮਾਨਾ ਘਟ ਗਿਆ, ਪੁਰਾਤਨ ਸਮਿਆਂ 'ਚ ਮਜਬੂਰੀ ਹੁੰਦੀ ਸੀ ਹਰ ਘਰ ਦੇ ਵਿੱਚ ਅਚਾਰ, ਜਿਸ ਸੀਜ਼ਨ ਦੇ ਉੱਤੇ ਸਬਜ਼ੀਆਂ ਹੋਣੀਆਂ, ਫਲ ਹੋਣੇ, ਉਹਦਾ ਅਚਾਰ ਪਾ ਕੇ ਉਸ ਵੇਲੇ ਪੈਕ ਕਰਕੇ ਰੱਖ ਦੇਣਾ ਤੇ ਸਾਰਾ ਸਾਲ ਉਹਦੀ ਵਰਤੋਂ ਕੀਤੀ। ਕਈ ਵਾਰੀ ਤਾਂ 2-2, 3-3, 4-4, 5-5 ਸਾਲ ਵੀ ਅਚਾਰ ਚੱਲਦੇ ਸੀ। ਅੱਜ ਕੱਲ ਵੀ ਰਿਮੋਟ ਏਰੀਆਜ਼ ਦੇ ਵਿੱਚ ਤੁਸੀਂ ਚਲੇ ਜਾਓ, ਲੋਕ ਅਚਾਰ ਪਾ ਕੇ ਬਿਆਮਾਂ ਦੇ ਵਿੱਚ ਕਰਕੇ ਰੱਖਦੇ। ਉਹਨੂੰ ਪ੍ਰੀਜ਼ਰਵ ਕਰਨ ਦੇ ਵਿੱਚ ਜਦੋਂ ਸਰੋਂ ਕੀ ਹੁੰਦਾ, ਸਰੋਂ ਇੱਕ ਰਾਈ ਅਸੀਂ ਕਹਿੰਦੀ ਕਾਲੀ ਸਰੋਂ ਨੂੰ, ਜਿਹੜੀ ਬਰਾਊਨ ਹੁੰਦੀ ਆ ਉਹ ਸਰੋਂ ਹੁੰਦੀ, ਮਸਟਰਡ ਹੋ ਗਿਆ। ਮਸਟਰਡ ਦਾ ਤੇਲ ਯੂਜ਼ ਕੀਤਾ ਜੀ, ਤੇ ਇਹ ਜ਼ਰੂਰੀ ਹੁੰਦਾ ਸੀ ਕਿ ਸਾਰੇ ਦਾ ਸਾਰਾ ਅਚਾਰ ਤੇਲ ਦੇ ਵਿੱਚ ਡੁੱਬਿਆ ਰਹੇ। ਜੇ ਕਿਤੇ ਫਾੜੀ ਨੰਗੀ ਰਹਿ ਗਈ ਤਾਂ ਚਿੱਟੀ ਹੋ ਜਾਂਦੀ ਸੀ, ਫੰਗਸ ਲੱਗ ਜਾਂਦੀ ਸੀ। ਲੇਕਿਨ ਜੇ ਡੁੱਬਿਆ ਆ ਤੇ ਨਹੀਂ ਸੀ ਹੁੰਦਾ। ਇਹਦੇ ਨਾਲ ਰਾਈ ਤੇ ਹਿੰਗ ਹਰ ਅਚਾਰ ਦਾ ਅਟੁੱਟ ਅੰਗ ਹੁੰਦੇ ਸੀ, ਜਿਵੇਂ ਕਿ ਮੇਥਰੇ।
ਸੋ ਇਸ ਕਰਕੇ ਜਿਹੜੇ ਅਚਾਰ ਦੇ ਵਿੱਚ ਰਾਈ, ਹਿੰਗ ਤੇ ਸਰੋਂ ਦਾ ਤੇਲ ਪੈ ਗਿਆ, ਉਹ 5 ਸਾਲ ਕਦੇ ਖਰਾਬ ਨਹੀਂ ਹੁੰਦਾ ਸੀ। ਇਹ ਸ਼ਰਤ ਹੁੰਦੀ ਸੀ ਕਿ ਉਹਨੂੰ ਉੱਪਰੋਂ ਕੱਪੜੇ ਦੇ ਨਾਲ ਬੰਨ ਰੱਖੋ, ਸਾਫ਼ ਹੱਥ ਦੇ ਨਾਲ ਉਹਨੂੰ ਪਾਣੀ ਨਹੀਂ ਲੱਗਣ ਦੇਣਾ, ਉਹਦੀ ਵਰਤੋਂ ਕਰਨੀ ਆ, ਔਰ ਇੱਕ ਹੀ ਚੀਜ਼ ਰੱਖੋ ਜਿਹਦੇ ਨਾਲ ਤੁਸੀਂ ਉਹਨੂੰ ਕੱਢਣਾ ਹੈ ਅਚਾਰ ਨੂੰ, ਤੇ ਉਹ 5-5 ਸਾਲ ਵੀ ਖਰਾਬ ਨਹੀਂ ਹੁੰਦਾ ਸੀ। ਇਹ ਚੀਜ਼ਾਂ ਸਮਝਣ ਦੀਆਂ ਨੇ ਕਿ ਇਹ ਕਿਸ ਤਰ੍ਹਾਂ ਸਾਡੇ ਕੋਲ ਫੰਗਸ ਤੇ ਬੈਕਟੀਰੀਆ ਤੇ ਵਾਇਰਸ ਤੋਂ ਬਚਾ ਕੇ ਰੱਖਦਾ ਸੀ ਜੀ। ਜਦੋਂ ਅਸੀਂ ਇਹਦੀ ਵਰਤੋਂ ਜਿਹੜੀ ਆ ਉਹ ਮੈਡੀਸਿਨਸ ਦੇ ਵਿੱਚ ਕਰਨੀ ਸ਼ੁਰੂ ਕੀਤੀ, ਹਿੰਗ ਦੀ ਬਹੁਤ ਵਰਤੋਂ ਹੁੰਦੀ ਹੈ। ਇੱਕ ਤਾਂ ਹਿੰਗ ਵਾਸ਼ਟਿਕ ਚੂਰਨ ਹੀ ਆਉਂਦਾ ਕਿ ਉਹਦੇ ਵਿੱਚ ਹਿੰਗ ਦਾ ਚੂਰਨ ਹੈ ਜਿਹੜਾ ਬਹੁਤ ਸਾਰੀਆਂ ਬਿਮਾਰੀਆਂ ਦਾ, ਪੇਟ ਦੀਆਂ ਬਿਮਾਰੀਆਂ ਦਾ, ਹਾਜ਼ਮੇ ਦੀਆਂ ਬਿਮਾਰੀਆਂ ਦਾ ਇਲਾਜ ਹੈ। ਭਾਵ ਇਹ ਕਿ ਡਾਈਜੈਸਟਿਵ ਸਿਸਟਮ ਦੀ ਜਦੋਂ ਕਿਤੇ ਅਸੀਂ ਗੱਲ ਕਰਾਂਗੇ ਤੇ ਉਹਦੇ ਵਿੱਚ ਦੇਖਾਂਗੇ ਕਿ ਐਸਿਡ ਹੋ ਗਿਆ ਜੀ, ਹਾਈਪਰ ਐਸਿਡਿਟੀ ਹੋ ਗਈ, ਉਹਦੀਆਂ ਫਿਊਮਸ ਦੇ ਨਾਲ ਗੈਸ ਹੋ ਗਈਆਂ, ਗੈਸ ਦੇ ਨਾਲ ਅਫਾਰਾ ਹੋ ਗਿਆ, ਅਫਾਰੇ ਦੇ ਨਾਲ ਪੇਟ ਸਾਫ਼ ਨਹੀਂ ਹੁੰਦਾ ਜੀ, ਫਲੈਚੂਰੈਂਸ ਰਹਿੰਦੀ ਹੈ, ਗੈਸ ਰਹਿੰਦੀ ਹੈ, ਔਰ ਇਰੀਟੇਬਲ ਬਾਲ ਸਿੰਡਰੋਮ ਇਸ ਵੇਲੇ ਚੰਬੜਿਆ ਹੋਇਆ ਦੁਨੀਆ ਭਰ ਦੇ ਵਿੱਚ, ਐਵਕ ਮਚਾਈ ਹੋਈ ਹੈ, ਆਈਬੀਐਸ। ਗੱਲ ਇਹ ਆ ਵਾਈ ਦੀ, ਤਾਂ ਵਾਈ ਤੇ ਅਸੀਂ ਸਮਝੀ ਨਾ, ਵਾਈ ਤੇ ਅਸੀਂ ਨਕਾਰਤੀ। ਪੱਛਮ ਨੇ ਅਜੇ ਵੀ ਪੂਰਬ ਕੋਲੋਂ ਬਹੁਤ ਕੁਝ ਸਿੱਖਿਆ। ਜਿਸ ਦਿਨ ਵਾਈ ਸਮਝ ਜਾਣਗੇ, ਇਹਨਾਂ ਨੂੰ ਪਤਾ ਲੱਗ ਜਾਏਗਾ। ਅਸੀਂ ਕਹਿੰਦੇ ਚੌਲ, ਆਲੂ, ਮਾਂ, ਰਾਜਮਾ, ਕੜੀ, ਛੋਲੇ ਬੰਦ ਕਰੋ, ਸਾਨੂੰ ਕਹਿੰਦੇ ਤੁਸੀਂ ਕਮਲੇ ਹੋ, ਇਹ ਤੇ ਖਾਣ ਵਾਲੀਆਂ ਚੀਜ਼ਾਂ ਤੁਸੀਂ ਬੰਦ ਕਰੀ ਜਾਂਦੇ। ਹੁਣ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਵਾਈ ਵਾਲੀਆਂ ਚੀਜ਼ਾਂ ਨੇ, ਤੇ 90% ਸਰੀਰ ਦੀਆਂ ਅੱਜ ਕੱਲ ਬਿਮਾਰੀਆਂ ਵਾਈ ਨੇ। ਸੋ ਵਾਈ ਚੀਜ਼ਾਂ ਨੂੰ, ਫੂਡ ਨੂੰ, ਖਾਸ ਕਰਕੇ ਇੰਜੈਕਸ਼ਨ ਤੋਂ ਪਹਿਲਾਂ, ਖਾਣ ਤੋਂ ਪਹਿਲਾਂ ਉਹਨੂੰ ਬਾਹਰ ਕੁਕਿੰਗ ਦੇ ਦਰਮਿਆਨ ਹੀ ਨਿਊਟਰਲ ਕਰ ਲਓ। ਇਸ ਕਰਕੇ ਅਸੀਂ ਲਸਣ, ਪਿਆਜ਼, ਅਦਰਕ, ਟਮਾਟਰ ਯੂਜ਼ ਕੀਤਾ, ਇਸ ਕਰਕੇ ਅਸੀਂ ਗਰਮ ਮਸਾਲਾ ਯੂਜ਼ ਕੀਤਾ, ਇਸ ਕਰਕੇ ਕਹਿੰਦੇ ਸੀ ਕਿ ਖਾਣ ਵੇਲੇ ਬੋਲਣਾ ਨਹੀਂ। ਅੱਜ ਤਾਂ ਅਸੀਂ ਬੋਲਣ ਦੇ ਲਈ ਹੀ ਖਾਂਦੇ ਆ, ਜਿੰਨੀ ਰੋਟੀ ਆਰਗੇਨਾਈਜ਼ ਕਰਦੇ ਆ, ਲੰਚ, ਡਿਨਰ, ਸਾਰੇ ਉਹ ਗੱਲਾਂ ਕਰਨ ਦੇ ਲਈ, ਨਾਲ ਦੀ ਨਾਲ ਗੱਲਾਂ ਕਰਦੇ ਆ, ਨਾਲ ਦੀ ਨਾਲ ਮੀਟਿੰਗ ਕਰਦੇ ਆ, ਨਾਲ ਦੀ ਨਾਲ। ਉਸ ਜ਼ਮਾਨੇ ਦੇ ਵਿੱਚ ਅਲਾਉਡ ਨਹੀਂ ਹੁੰਦਾ ਸੀਗਾ ਕਿ ਤੁਸੀਂ ਖਾਂਦਿਆਂ ਅਗਰ ਬੋਲੋਗੇ ਤਾਂ ਬੋਲਣ ਦੇ ਨਾਲ ਖਾਂਦਿਆਂ ਖਾਂਦਿਆਂ ਬਾਹਰੋਂ ਹਵਾ ਵੀ ਐਨਗਲਫ ਹੋ ਜਾਏਗੀ, ਜਿਹੜੀ ਕਿ ਅੰਦਰ ਜਾ ਕੇ ਤੁਹਾਨੂੰ ਟਰਬਲ ਦੇਗੀ। ਇਹ ਮੈਨਰਿਜ਼ਮ ਦੇ ਵਿੱਚ ਹੁੰਦਾ ਸੀਗਾ ਕਿ ਮੂੰਹ ਬੰਦ ਕਰਕੇ ਚੱਟਣਾ, ਮੂੰਹ ਬੰਦ ਕਰਕੇ ਖਾਣਾ। ਲੇਕਿਨ ਇਹਨਾਂ ਚੀਜ਼ਾਂ ਦੇ ਅਦਰਵਾਈਜ਼ ਸਾਇੰਟੀਫਿਕ ਰੀਜ਼ਨਸ ਵੀ ਨੇ ਕਿ ਕਿਉਂ ਨਹੀਂ ਸੀ ਅਸੀਂ ਗੱਲਾਂ ਕਰਦਿਆਂ ਹਵਾ ਆਪਣੇ ਆਪ ਅੰਦਰ ਚਲੀ ਜਾਂਦੀ ਹੈ। ਲੇਕਿਨ ਉਸ ਵੇਲੇ ਖਾਣ ਵੇਲੇ ਬੋਲਿਆ ਨਹੀਂ ਸੀ ਜਾਂਦਾ, ਪਚਾਕੇ ਨਹੀਂ ਸੀ ਮਾਰੇ ਜਾਂਦੇ, ਮੂੰਹ ਬੰਦ ਕਰਕੇ ਰੋਟੀ ਖਾਣੀ ਹੁੰਦੀ ਸੀ। ਇਹ ਮੈਨਰਿਜ਼ਮ ਸੀ ਉਸ ਵੇਲੇ ਦਾ। ਅੱਜ ਕੱਲ ਦਾ ਹੈਗਾ ਕਿ ਨਹੀਂ ਹੈਗਾ, ਮੈਂ ਨਹੀਂ ਕੋਈ ਕਮੈਂਟ ਕਰਨਾ ਚਾਹੁੰਦਾ। ਲੇਕਿਨ ਇਹਨਾਂ ਚੀਜ਼ਾਂ ਦਾ ਵਾਈ ਨੂੰ ਖਤਮ ਕਰਨਾ, ਅੱਜ ਦੀ ਸਮਾਜ ਦੇ ਵਿੱਚ ਜੇ ਅਸੀਂ ਵਾਈ ਨੂੰ ਸਮਝ ਲਈ, ਜਦੋਂ ਮੈਂ 36 ਪਦਾਰਥ ਭੋਜਨ ਦੀ ਗੱਲ ਕਰਦਾ ਹੁੰਦਾ, ਉਹਦੇ ਵਿੱਚ ਮੈਂ ਵਾਈ ਦਾ ਜ਼ਿਕਰ ਕਰਦਾ। ਇਸ ਵੇਲੇ ਵਾਈ ਜਿਹੜੀ ਹੈ ਇਹ ਹੈਵਕ ਮਚਾਈ ਹੋਈ ਹੈ, ਔਰ ਉਹ ਹੈ ਸਾਰਾ ਜਿੰਨਾ ਫੂਡ ਅਸੀਂ ਖਾਂਦੇ ਆ ਪ੍ਰੀਜ਼ਰਵ ਕਰਕੇ, ਦਾਲ ਅਸੀਂ ਬਣਾ ਕੇ ਰੱਖ ਲੈਂਦੇ 7 ਦਿਨ ਤੱਕ ਅਸੀਂ ਉਹਦੀ ਵਰਤੋਂ ਕਰਦੇ, ਉਹ ਬੁਰੀ ਨਹੀਂ ਹੈ, ਉਹਦੇ ਚ ਕੋਈ ਇਨਫੈਕਸ਼ਨ ਨਹੀਂ ਆਈ, ਉਹਦੇ ਵਿੱਚ ਕੋਈ ਬੈਕਟੀਰੀਆ, ਵਾਇਰਸ ਨਹੀਂ ਆਇਆ, ਲੇਕਿਨ ਉਹ ਵਾਈ ਹੋ ਗਈ। ਵਾਈ ਦਾ ਮਤਲਬ ਆ ਉਹਦੇ ਵਿੱਚ ਠੰਡ ਤੇ ਠੰਡੀਰ। ਇਹਨੂੰ ਹੁਣ ਅੰਗਰੇਜ਼ੀ ਚ ਡਿਫਾਈਨ ਕਰਨਾ ਥੋੜਾ ਡਿਫਿਕਲਟ ਹੈ ਕਿ ਰੂਮੇਟੋਇਡ ਆਰਥਰਾਈਟਿਸ, ਰੂਮੇ ਦਾ ਮਤਲਬ ਆ ਹੈਗੀ ਤਾਂ ਜੋੜਾਂ ਦੀ ਪ੍ਰੋਬਲਮ ਹੈ, ਫ੍ਰੈਂਚ ਦਾ ਲਫ਼ਜ਼ ਹੈ, ਔਰ ਤੁਸੀਂ ਫ੍ਰੈਂਚ ਦੇ ਲਫ਼ਜ਼ ਨੂੰ ਅੱਜ ਗੂਗਲ ਤੇ ਜਾ ਕੇ ਕਰੋ, ਇਹਦਾ ਮਤਲਬ ਹੁੰਦਾ ਠੰਡ ਤੇ ਠੰਡੀਰ। ਰੂਮੇਟੋਇਡ ਆਰਥਰਾਈਟਿਸ ਜਿਹੜਾ ਇਹ ਠੰਡ ਤੇ ਠੰਡੀਰ ਦੀ ਬਿਮਾਰੀ ਹੈ। ਇਸ ਕਰਕੇ ਅਸੀਂ ਕਹਿੰਦੇ ਆ ਕਿ ਰੂਮੇਟੋਇਡ ਆਰਥਰਾਈਟਿਸ ਵਿੱਚ ਗੰਠੀਆਂ ਦੇ ਵਿੱਚ ਵਾਈ ਚੀਜ਼ਾਂ ਬੰਦ ਕਰੋ, ਗਰਮ ਚੀਜ਼ਾਂ ਦਾ ਸੇਵਨ ਕਰੋ, ਤਾਂ ਕਿ ਬਾਹਰੋਂ ਜਿਹੜਾ ਭੋਜਨ ਹੈ ਉਹ ਤੁਹਾਡੇ ਸਰੀਰ ਨੂੰ ਹੋਰ ਠੰਡਾ ਤੇ ਠੰਡੀਰ ਨਾ ਦੇਵੇ। ਜੇ ਤੁਹਾਡੇ ਸਰੀਰ ਦੇ ਵਿੱਚ ਹਰਾਰਤ ਰਹੇਗੀ, ਗਰਮਾਇਸ਼ ਰਹੇਗੀ, ਤੇ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਜਿਹੜੀਆਂ ਵਾਈ ਤੋਂ ਉਪਜਦੀਆਂ ਉਹ ਤੋਂ ਬਚ ਕੇ ਰਹੋ। ਇਸ ਕਰਕੇ ਹੀ ਸਾਨੂੰ ਐਕਸਰਸਾਈਜ਼ ਕਰਨ ਨੂੰ ਕਿਹਾ, ਸਰੀਰ 'ਚ ਹਰਾਰਤ ਪੈਦਾ ਹੁੰਦੀ ਹੈ। ਇਸ ਕਰਕੇ ਹੀ ਸਾਨੂੰ ਗਰਮ ਮਸਾਲੇ ਵਰਤਣ ਦੀ ਕਿਹਾ, ਹਰਾਰਤ ਮਿਲਦੀ ਹੈ। ਇਸ ਕਰਕੇ ਹੀ ਅਸੀਂ ਮੁੱਢ ਕਦੀਮ ਤੋਂ ਗਰਮ ਜਲ, ਚਾਹ ਦੀ ਇੱਕ ਟਾਈਪ ਹੈ, ਮੈਂ ਵੀ ਉਹਦਾ ਬਹੁਤ ਪ੍ਰਚਾਰ ਕੀਤਾ ਹੈ, ਗਰਮ ਜਲ, ਕਿ ਸਾਡੇ ਕੋਲ 9 ਮਹੀਨੇ ਤਾਂ ਇੱਥੇ ਠੰਡ ਰਹਿੰਦੀ ਹੈ, ਉਹਦੇ ਦਰਮਿਆਨ ਆ ਚਾਹ ਪੱਤੀ ਵਾਲੀ ਕੈਮੀਕਲੀ ਟ੍ਰੀਟਡ ਇਹਨੂੰ ਛੱਡੋ, ਗਰਮ ਜਲ, ਦੇਸੀ ਜੜੀ ਬੂਟੀਆਂ ਦਾ ਕੰਬੀਨੇਸ਼ਨ, ਉਹਦੀ ਵਰਤੋਂ ਕਰੋ, ਤਾਂ ਕਿ ਵਾਈ ਦੇ ਨਾਲ, ਠੰਡ ਦੇ ਨਾਲ, ਠੰਡੀਰ ਦੇ ਨਾਲ, ਮੋਇਸਚਰ ਦੇ ਨਾਲ ਮੁਕਾਬਲਾ ਕਰ ਸਕੋ। ਇਹ ਐਕਸਟਰਨਲ ਫੈਕਟਰਸ ਨੇ ਜਿਹੜੇ ਸਾਡੀਆਂ ਬਿਮਾਰੀਆਂ ਨੂੰ
ਮੈਨੇਜ ਨਹੀਂ ਕਰਨ ਦਿੰਦੇ ਸਾਨੂੰ। ਸੋ ਬਾਹਰ ਦੀ ਠੰਡੀਰ ਜਿਹੜੀ ਕਲਾਈਮੇਟਿਕ ਦੀ ਆ ਉਹ ਅਲੱਗ ਚੀਜ਼ ਹੈ, ਜਿਹੜੀ ਸਾਡੀ ਬਾਡੀ ਦੇ ਅੰਦਰ ਹੈ ਉਹ ਵਾਈ ਦੇ ਰੂਪ ਦੇ ਵਿੱਚ ਆਉਂਦੀ ਹੈ, ਜਿਹੜੀ ਵਿੰਡ ਤੇ ਵਾਟਰ ਅੰਦਰ ਰਿਟੈਂਸ਼ਨ ਕਰਦੀ ਹੈ। ਸਰੀਰ ਦੇ ਅੰਦਰ ਜ਼ਰੂਰਤ ਤੋਂ ਵੱਧ ਹਵਾ ਤੇ ਪਾਣੀ ਇਕੱਠਾ ਹੋਏਗਾ ਤੇ ਉਹ ਠੰਡੀਰ ਦਿੰਦਾ ਆ, ਉਹ ਠੰਡ ਦਿੰਦਾ ਆ, ਉਹ ਰੂਮੇ ਦਿੰਦਾ ਆ, ਔਰ ਬਹੁਤ ਸਾਰੀਆਂ ਇਹੋ ਜਿਹੀਆਂ ਬਿਮਾਰੀਆਂ ਦੀ ਪੈਦਾਇਸ਼ ਕਰਦਾ ਹੈ। ਡਾਕਟਰ ਸਾਹਿਬ, ਇਹਨਾਂ ਚੀਜ਼ਾਂ ਤੋਂ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਵਾਈ ਤੋਂ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ, ਤੁਸੀਂ ਇੱਕ ਕਿਸਮ ਦਾ ਜਿਹੜੇ ਜੋੜਾਂ 'ਚ ਦਰਦ ਹੁੰਦਾ ਉਹਦਾ ਵੀ ਜ਼ਿਕਰ ਕਰ ਦਿੱਤਾ ਹੈ, ਕਿਉਂਕਿ ਬੈਕਟੀਰੀਆ, ਸਾਨੂੰ ਐਂਟੀਬਾਇਓਟਿਕ ਬਹੁਤ ਸਾਰੀਆਂ ਚੀਜ਼ਾਂ ਖਾਣੀਆਂ ਪੈਂਦੀਆਂ ਨੇ। ਇਹਦਾ ਮਤਲਬ ਹਿੰਗ ਇੱਕ ਗਰਮ ਮਸਾਲਾ ਹੈ, ਜੇ ਆਪਾਂ ਸਿੱਧੇ ਸ਼ਬਦਾਂ ਦੇ ਵਿੱਚ ਆਖੀਏ। ਜੇਕਰ ਠੰਡ ਤੋਂ ਬਚਣ ਵਾਸਤੇ, ਜੋੜਾਂ ਦੇ ਦਰਦ ਤੋਂ ਬਚਣ ਵਾਸਤੇ, ਜਾਂ ਬੈਕਟੀਰੀਆ ਜਿਹੜਾ ਸਾਡੇ ਅੰਦਰ ਜਾ ਚੁੱਕਿਆ ਐਂਟੀਬਾਇਓਟਿਕ ਦੇ ਤੌਰ 'ਤੇ ਅਸੀਂ ਲੈਣਾ ਹੋਵੇ, ਇਹਦੀ ਕੀ ਡੇਲੀ ਵਰਤੋਂ ਕੀਤੀ ਜਾ ਸਕਦੀ ਹੈ? ਜੇ ਕੀਤੀ ਜਾ ਸਕਦੀ ਹੈ, ਕਿੰਨੀ ਦੇਰ ਲਈ ਕੀਤੀ ਜਾ ਸਕਦੀ ਹੈ? ਜਾਂ ਕਿੰਨੀ ਕੁ, ਜਿਵੇਂ ਚੁੰਡੀ ਭਰ ਤੁਸੀਂ ਤਾਂ ਬਹੁਤ ਘੱਟ ਵਰਤੋਂ ਦੱਸ ਰਹੇ ਹੋ, ਉਹਦਾ ਮਿਕਦਾਰ ਹੈ ਜਿਹੜੀ, ਕਿੰਨੀ ਕੁ ਵਰਤੋਂ ਕੀਤੀ ਜਾ ਸਕਦੀ ਹੈ ਜੀ? ਜਿਹੜੀ ਚੁੰਡੀ ਭਰ ਮੇਜਰਮੈਂਟ ਦੇ ਪੈਮਾਨੇ ਸੀ ਨਾ, ਚੁੰਡੀ ਕਪਾਉਣਾ, ਇਹ ਪੁਰਾਤਨ ਹੁੰਦੇ ਸੀ। ਉਸ ਵੇਲੇ ਸਭ ਕੁਝ ਓਰੀਜਨਲ ਸੀ ਜੀ। ਉਸ ਵੇਲੇ ਚੁੰਡੀ ਦੇ ਨਾਲ ਪਾਇਆ ਜਾਂਦਾ ਸੀ। ਅੱਜ ਕੱਲ ਤੁਸੀਂ ਹਿੰਗ ਲੈਣ ਜਾਓਗੇ ਤਾਂ ਤੁਹਾਨੂੰ ਪਾਊਡਰ ਫਾਰਮ 'ਚ ਮਿਲਣੀ ਆ, ਕਿਤੋਂ ਵੀ ਕਰੂਡ ਹਿੰਗ ਤੁਹਾਨੂੰ ਮਿਲਣੀ। ਸੋ ਇਸ ਕਰਕੇ ਹਿੰਗ ਜਿਹੜੀ ਹੈ, ਇਹਨੂੰ ਅਸੀਂ ਐਂਟੀਬਾਇਓਟਿਕ ਨਹੀਂ ਕਹਾਂਗੇ ਜੀ, ਇਹਨੂੰ ਤੁਸੀਂ ਐਂਟੀ ਅਮੀਬਿਕ ਕਹਿ ਸਕਦੇ ਹੋ। ਜਿਹੜੇ ਪੇਟ ਦੇ ਨਾਲ ਜੁੜੀਆਂ ਹੋਈਆਂ ਜਾਰਡੀਆਸਿਸ ਹੈ, ਅਮੀਬੀਆਸਿਸ ਹੈ, ਜਾਂ ਪੇਟ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ, ਵਾਈ ਕਰਕੇ, ਗੈਸ ਕਰਕੇ, ਉੱਥੇ ਇਹ ਬਹੁਤ ਕਾਰਗਰ ਸਾਬਤ ਹੁੰਦੀ ਹੈ। ਨਾਲ ਦੀ ਨਾਲ ਜਿੱਥੇ ਕਿਤੇ ਫੰਗਸ ਹੋਵੇ, ਜਿੱਥੇ ਕਿਤੇ ਵਾਇਰਸ ਹੋਣ ਦੀਆਂ ਸੰਭਾਵਨਾ, ਉੱਥੇ ਇਹਦੀ ਓਡੋਰ ਬਹੁਤ ਹੀ ਅੱਛਾ ਕੰਮ ਕਰਦੀ ਹੈ, ਪ੍ਰੋਵਾਈਡਡ ਸਾਨੂੰ ਮਿਲ ਜਾਏ। ਹਿੰਗ ਖੋਲ ਕੇ, ਘਰ ਖੋਲ ਕੇ ਰੱਖ ਦੋ, ਤੁਹਾਨੂੰ ਪਤਾ ਨਹੀਂ ਲੱਗਣਾ ਹਿੰਗ ਆਈ ਹੋਈ ਕਿ ਨਹੀਂ ਆਈ ਹੋਈ। ਅਡਲਟਰੇਟਿਡ ਮਟੀਰੀਅਲ ਹੈ। ਅੱਜ ਦੇ ਯੁੱਗ ਦੇ ਵਿੱਚ ਸਾਨੂੰ ਸਾਲਮ ਮਸਾਲੇ, ਖੜੇ ਮਸਾਲੇ ਕਿਤੋਂ ਨਹੀਂ ਮਿਲਦੇ। ਤੁਸੀਂ ਸਾਬਤ ਲੈ ਕੇ ਵੀ ਆਉਂਦੇ ਹੋ ਤੇ ਉਹਦੇ ਤੇਲ ਕੱਢੇ ਹੋਏ ਆ, ਐਸੈਂਸ਼ੀਅਲ ਆਇਲਸ ਉਹਨਾਂ ਦੇ ਪਹਿਲਾਂ ਹੀ। ਸਾਡੇ ਕੋਲ ਟੈਕਨੋਲੋਜੀ ਇੰਨੀ ਐਡਵਾਂਸ ਹੋ ਗਈ ਹੈ ਕਿ ਉਹ ਖੋਖਲਾ ਜਿਹਾ ਤਾਂ ਤੁਹਾਨੂੰ ਦੇ ਦਿੰਦਾ, ਤੇ ਜਿਹੜਾ ਐਸੈਂਸ਼ੀਅਲ ਆਇਲਸ ਨੇ ਉਹਦੇ ਕੱਢੇ ਹੋਏ। ਤੋ ਇਸ ਕਰਕੇ ਇਹ ਚੀਜ਼ਾਂ ਹੁਣ ਸਾਡੇ ਕੋਲ ਉਨੀਆਂ ਪ੍ਰਭਾਵਸ਼ਾਲੀ ਨਹੀਂ ਰਹੀਆਂ ਜਿਹੜੀਆਂ ਸਾਡੇ ਕੋਲ ਪੁਰਾਤਨ ਸਮਿਆਂ ਦੇ ਵਿੱਚ ਹੁੰਦੀਆਂ ਸੀ, ਪਰ ਈਵਨ ਦੈਨ ਸਾਡੀ ਮਜਬੂਰੀ ਹੈ। ਡਾਕਟਰ ਸਾਹਿਬ, ਹਿੰਗ ਤੋਂ ਬਾਅਦ, ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਅੱਗੇ ਤਾਂ ਹਿੰਗ ਘਰ 'ਚ ਲਿਆਂਦੀ 7 ਘਰਾਂ ਤੱਕ ਪਤਾ ਲੱਗ ਜਾਂਦਾ ਸੀ, ਪਰ ਹੁਣ ਘਰੇ ਲਿਆਂਦੀ ਦਾ ਵੀ ਪਤਾ ਨਹੀਂ ਲੱਗਦਾ। ਪਰ ਲਸਣ ਦਾ ਤਾਂ ਹਾਲੇ ਵੀ ਪਤਾ ਲੱਗਦਾ ਜੀ, ਘਰ 'ਚ ਛਿੱਲਿਆ ਗਿਆ, ਕਿਸੇ ਸਬਜ਼ੀ 'ਚ ਪਾ ਲਿਆ। ਲਸਣ ਤਾਂ ਮੈਨੂੰ ਲੱਗਦਾ ਕਿ ਹਾਲੇ ਵੀ ਉਸੇ ਤਰੀਕੇ ਨਾਲ ਦੂਰ ਦੂਰ ਤੱਕ ਸੁਗੰਧੀਆਂ ਛੱਡਦਾ ਹੈ। ਲਸਣ ਦੇ ਕੀ ਫਾਇਦੇ ਆ, ਕੀ ਨੁਕਸਾਨ ਹੈ ਜੀ? ਲਸਣ ਦਾ ਨੁਕਸਾਨ ਤੇ ਕੋਈ ਵੀ ਨਹੀਂ ਜੀ, ਲੇਕਿਨ ਫਾਇਦੇ ਸੈਂਕੜੇ ਨਹੀਂ ਹਜ਼ਾਰ ਜੀ। ਲਸਣ ਮੈਂ ਹੈਡ ਟੂ ਟੋ ਅਗਰ ਗੱਲ ਕਰਾਂ, ਜਿੱਥੇ ਸਾਡੇ ਖਾਣੇ ਦੇ ਵਿੱਚ ਮਸਾਲੇ ਦਾ ਇੱਕ ਇਨਗਰੀਡੀਐਂਟ ਹੈ, ਜਿਹਦੇ ਨਾਲ ਹਰ ਅਸੀਂ ਸਬਜ਼ੀ ਭਾਜੀ ਕੁੱਕ ਕਰਦੇ ਹਾਂ, ਉੱਥੇ ਇਹਦੇ ਜਿਹੜੇ ਗੁਣ ਨੇ, ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ, ਉੱਪਰੋਂ ਹੈਡ ਟੂ ਟੋ ਸ਼ੁਰੂ ਕਰੀਏ ਤੇ ਵਾਲਾਂ ਵਾਸਤੇ। ਜਿਨ੍ਹਾਂ ਲੋਕਾਂ ਦੇ ਵਾਲ ਝੜਦੇ ਨੇ, ਪ੍ਰੀ ਮੈਚੁਰ ਗ੍ਰੇਇੰਗ ਹੋ ਜਾਂਦੀ ਹੈ, ਵਾਲ ਦੋਮੂਹੇ ਹੋ ਜਾਂਦੇ ਆ, ਵਾਲਾਂ ਦੀ ਹੈਲਥ ਖਰਾਬ ਹੋ ਜਾਂਦੀ ਹੈ, ਜੜੋਂ ਹੀ ਨਿਕਲ ਗਏ, ਉਹਨਾਂ ਸਾਰਿਆਂ ਵਾਸਤੇ ਲਸਣ ਇੱਕ ਇਹੋ ਜਿਹਾ ਇਨਗਰੀਡੀਐਂਟ ਹੈ ਜਿਹਦੀ ਤੁਸੀਂ ਘਰ ਦਵਾਈ ਬਣਾ ਸਕਦੇ ਹੋ। ਥੋੜੀ ਕੁ ਰਸਟਿਕ ਹੈ, ਥੋੜੀ ਜਿਹੀ ਤਰੱਦਦ ਕਰਨੀ ਪੈਂਦੀ ਹੈ, ਮਿਹਨਤ ਵਾਲਾ ਕੰਮ, ਪਰ ਇਹੋ ਜਿਹੀ ਦਵਾਈ ਦੁਨੀਆ ਭਰ ਦੇ ਵਿੱਚ ਅੱਜ ਤੱਕ ਬਣੀ ਨਹੀਂ ਜੋ ਲਸਣ ਕੰਮ ਕਰਦਾ ਹੈ ਜੀ। ਸੋ ਵਾਲਾਂ ਦੀਆਂ ਸਾਰੀਆਂ ਬਿਮਾਰੀਆਂ ਵਾਸਤੇ 1 ਚਮਚ ਲਸਣ ਦਾ ਜੂਸ, ਜਿਹੜਾ ਕੱਢਣਾ ਔਖਾ, 1 ਚਮਚ ਪਿਆਜ਼ ਦਾ ਜੂਸ ਤੇ 1 ਚਮਚ ਨਿੰਬੂ ਦਾ ਜੂਸ, ਤਿੰਨੋਂ ਚੀਜ਼ਾਂ ਮਿਲਾ ਕੇ ਰਾਤੀ ਸੌਣ ਲੱਗਿਆ ਸਕੈਲਪ ਦੇ ਵਿੱਚ, ਰੂਟਸ ਦੇ ਵਿੱਚ, ਵਾਲਾਂ ਦੀਆਂ ਰੂਟਸ ਦੇ ਵਿੱਚ, ਤਾਂ ਕਿ ਉਹ ਫੋਲੀਕਲ ਤੱਕ ਡੀਪ ਆਪਣੇ ਆਪ ਚਲਾ ਜਾਵੇ। ਤਿੰਨਾਂ ਚੀਜ਼ਾਂ ਦਾ ਬਣਾਇਆ ਹੋਇਆ ਲੋਸ਼ਨ ਅਸੀਂ ਵਾਲਾਂ ਦੀਆਂ ਜੜ੍ਹਾਂ ਦੇ ਵਿੱਚ ਲਾਉਣਾ ਹੈ। ਉਹ ਲੋਕ ਜਿਨ੍ਹਾਂ ਨੂੰ ਵਾਲਾਂ ਦੀਆਂ ਪ੍ਰੋਬਲਮਸ, ਸੋ ਸਾਰੀ ਰਾਤ ਉਹਨੂੰ ਲੱਗਾ ਰਹਿਣ ਦੇਣਾ ਆ। ਥੋੜੀ ਇਰੀਟੇਸ਼ਨ ਹੋਏਗੀ, ਖਾਰਿਸ਼ ਹੋਏਗੀ, ਬਰਦਾਸ਼ਤ ਕਰ ਲਓ, ਸਵੇਰੇ ਉੱਠ ਕੇ ਡਬਲ ਬਾਥ ਲੈ ਲੈਣਾ। ਤੁਸੀਂ 3 ਕੁ ਦਿਨ ਵੇਖੋਗੇ ਸ਼ਾਇਦ ਤੁਹਾਡੇ ਵਾਲ ਪਹਿਲਾਂ ਨਾਲੋਂ ਥੋੜੇ ਕੁ ਵੱਧ ਹੀ ਝੜ ਗਏ,
ਲੇਕਿਨ ਜੇ ਤੁਸੀਂ ਇਹਦੀ ਵਰਤੋਂ 15 ਦਿਨ ਕਰੋ 5 ਦਿਨ ਬ੍ਰੇਕ, 15 ਦਿਨ ਕਰੋ 5 ਦਿਨ ਬ੍ਰੇਕ, 3 ਸਰਕਲ ਇਹਦੇ ਕਰ ਲੋਗੇ ਤੇ ਵਾਲਾਂ ਦੀਆਂ ਸਾਰੀਆਂ ਬਿਮਾਰੀਆਂ ਚਲੀਆਂ ਜਾਣਗੀਆਂ, ਇਨਕਲੂਡਿੰਗ ਪ੍ਰੀਮੈਚੁਰ ਗ੍ਰੇਇੰਗ, ਜਿਨ੍ਹਾਂ ਦੀ ਉਮਰ ਤੋਂ ਪਹਿਲਾਂ ਵਾਲ ਸਫੇਦ ਹੋ। ਡਾਕਟਰ ਸਾਹਿਬ ਇੱਥੇ ਇੱਕ ਸਵਾਲ ਹੈ, ਡਾਕਟਰ ਸਾਹਿਬ ਇੱਥੇ ਇੱਕ ਸਵਾਲ ਹੈ, ਕਿਉਂਕਿ ਲਸਣ ਹੈ ਜਿਹੜਾ ਦੂਰ ਦੂਰ ਤੱਕ ਦੱਸਦਾ ਕਿ ਮੈਂ ਇੱਥੇ ਵਰਤੋਂ ਕੀਤੀ ਹੋਈ ਹੈ, ਕੋਈ ਸਮੈਲ ਆਉਂਦੀ ਰਹੇਗੀ ਜੀ ਫਿਰ? ਤਾਂ ਹੀ ਮੈਂ ਕਿਹਾ ਨਾ ਸਵੇਰੇ ਉੱਠ ਕੇ ਦੋਹਰਾ ਬਾਥ ਲੈ ਜੀ ਜੀ, ਉਹ ਡੋਰ ਤਾਂ ਰਹੇਗੀ, ਤੁਸੀਂ ਉਹਦੇ ਤੇ ਸਵਿਮਿੰਗ ਕੈਪ ਪਾ ਲਓ, ਰਾਤ ਲੱਗਾ ਰਹਿਣ ਦਿਓ ਸਵਿਮਿੰਗ ਕੈਪ ਪਾ ਕੇ, ਤਾਂ ਕਿ ਤੁਹਾਡਾ ਸਿਰਹਾਣਾ ਵੀ ਬਚਿਆ ਰਹੇ, ਬਾਕੀ ਕੱਪੜੇ ਵੀ ਬਚੇ ਰਹਿਣ। ਸਵੇਰੇ ਉੱਠ ਕੇ ਡਬਲ ਬਾਥ ਜੀ, ਦੋਹਰਾ ਬਾਥ ਲੈ ਕੇ, ਹੈਡ ਬਾਥ ਖਾਸ ਕਰਕੇ, ਤੇ ਉਹ ਤੁਸੀਂ ਅਗਲੇ ਦਿਨ ਫਿਰ ਰਾਤ ਨੂੰ। ਅਸੀਂ ਚਾਹੁੰਦੇ ਆ ਕਿ ਘੱਟੋ ਘੱਟ 8-10 ਘੰਟੇ ਲੱਗਾ ਰਵੇ ਇਹ ਜਿਹੜੀ ਮੈਡੀਸਨ ਬਣਾਈ ਹੈ, ਜਿਹੜਾ ਤੁਸੀਂ ਲੋਸ਼ਨ ਆਪ ਬਣਾਇਆ। ਫਿਰ ਇਹਦਾ ਤੁਸੀਂ ਪ੍ਰਭਾਵ ਦੇਖੋ ਕਿ ਵਾਲਾਂ ਦੀਆਂ ਸਾਰੀਆਂ ਬਿਮਾਰੀਆਂ ਚਲੀਆਂ ਜਾਣਗੀਆਂ। ਇੱਥੇ ਖਾਸ ਕਰਕੇ ਪੱਛਮ ਦੇ ਵਿੱਚ ਮੈਂ ਗੱਲ ਕਰਾਂ, ਚਾਹੇ ਉਹ ਯੂਰਪ ਹੋਵੇ ਚਾਹੇ ਨਾਰਥ ਅਮਰੀਕਾ, ਕਿ ਵਾਲਾਂ ਦੇ ਝੜਨ ਦੀ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ। ਇਹਦੇ ਨਾਲ ਅਸੀਂ ਵਾਲਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਦਾ ਹੱਲ ਕਰ ਸਕਦੇ। ਉਸ ਤੋਂ ਬਾਅਦ ਜੇ ਤੁਸੀਂ ਲਸਣ ਦੀ ਗੱਲ ਕੀਤੀ ਤੇ ਅਸੀਂ ਪਹਿਲਾਂ ਵੀ ਇਹ ਗੱਲ ਕੀਤੀ ਹੋਈ ਹੈ ਕਿ ਜਿੱਥੇ ਕਿਤੇ ਨਹੁੰਾਂ ਦੀਆਂ ਪ੍ਰੋਬਲਮਸ ਨੇ, ਨਹੁੰਾਂ ਦੇ ਵਿੱਚ ਪਸ ਭਰ ਗਈ ਆ, ਨਹੁੰਾਂ ਦੇ ਵਿੱਚ ਫੰਗਸ ਆ ਗਈ ਆ, ਨਹੁੰ ਵਿੰਗੇ ਟੇਢੇ ਹੋ ਗਏ ਆ ਫੰਗਸ ਕਰਕੇ, ਉੱਥੇ ਅਗਰ ਤੁਸੀਂ ਲਸਣ ਨੂੰ ਸਰੋਂ ਦੇ ਤੇਲ ਦੇ ਵਿੱਚ ਸਾੜ ਕੇ ਲਾਓਗੇ ਤਾਂ ਉਹਦੇ ਬਹੁਤ ਵੱਡੇ ਪ੍ਰਭਾਵ ਜੀ। ਇਸੇ ਤਰੀਕੇ ਦੇ ਨਾਲ ਸੋਰਾਇਸਿਸ ਦੀ ਗੱਲ ਕੀ, ਛੋਟੇ ਬੱਚਿਆਂ ਨੂੰ, ਇਨਫੈਂਟਸ ਨੂੰ, ਕਿਡਸ ਨੂੰ ਸੋਰਾਇਸਿਸ ਅੱਜਕੱਲ ਬਹੁਤ ਜ਼ਿਆਦਾ ਹੋ ਰਿਹਾ, ਖਾਸ ਕਰਕੇ ਸਾਡੇ ਭਾਈਚਾਰੇ ਵਿੱਚ। ਕਿਉਂ ਕਿ ਅਸੀਂ ਗੁੜ, ਅਚਾਰ, ਚਟਣੀਆਂ, ਮੁਰੱਬੇ, ਜਿੰਨਾ ਵੀ ਸਟਫ ਹੈ ਇਹ ਅਸੀਂ ਬਹੁਤ ਵਰਤੋਂ ਕਰਦੇ ਹਾਂ। ਪੀਜ਼ਾ ਔਰ ਬੇਕਰੀ ਸਾਡੀ ਮਜਬੂਰੀ ਹੈ, ਉਸ ਤੋਂ ਬਗੈਰ ਸਾਡਾ ਗੁਜ਼ਾਰਾ ਨਹੀਂ। ਉਹਦੇ ਕਰਕੇ ਸਾਡੇ ਭਾਈਚਾਰੇ ਨੂੰ ਇਹ ਚਮੜੀ ਦੀਆਂ ਬਿਮਾਰੀਆਂ ਦਾ ਬਹੁਤ ਵੱਡਾ ਪ੍ਰਕੋਪ ਹੈ। ਸੋ ਜਿੱਥੇ ਕਿਤੇ ਐਕਸਟਰਨਲ ਯੂਜ਼ ਹੈ ਬੱਚਿਆਂ ਵਾਸਤੇ, ਉੱਥੇ ਤੁਸੀਂ ਸਰੋਂ ਦੇ ਤੇਲ ਵਿੱਚ 1 ਚਮਚ ਸਰੋਂ ਦਾ ਤੇਲ ਤੇ 1 ਤੁਰੀ ਲਸਣ ਦੀ 1 ਕਲੋਵ, ਉਹਨੂੰ ਬਰੀਕ ਬਰੀਕ ਸਲਾਈਸਿਸ ਕੱਟ ਕੇ ਸਾੜ ਲਓ। ਜਦੋਂ ਸਾੜ ਲਓਗੇ ਉਹ ਕਾਲਾ ਹੋ ਜੇ, ਪੁਣ ਲਓ, ਠੰਡਾ ਕਰਕੇ ਅਪਲਾਈ ਕਰੋ। ਬਹੁਤ ਸਾਰੀਆਂ ਐਕਸਟਰਨਲ ਸਕਿਨ ਦੀਆਂ ਪ੍ਰੋਬਲਮਸ ਦੇ ਲਈ ਬਹੁਤ ਮੁਫੀਦ ਹੁੰਦਾ ਹੈ, ਖਾਸ ਕਰਕੇ ਬੱਚਿਆਂ ਵਾਸਤੇ। ਸੋ ਜਿੱਥੇ ਸਾਡੇ ਕੋਲ ਖਾਂਡ ਦੇ ਫਾਇਦੇ ਆ, ਹੁਣ 50% ਲੋਕਾਂ ਨੂੰ ਬਲੱਡ ਥਿਨਰ ਦਿੱਤਾ ਜਾ ਰਿਹਾ ਥਰੂ ਆਊਟ ਵਰਲਡ, ਚਾਹੇ ਉਹ ਐਸਪਰੀਨ ਡਿਸਪਰੀਨ ਹੋਵੇ ਜਾਂ ਕੋਈ ਹੋਰ। ਮੈਂ ਇਹ ਦੱਸਣਾ ਚਾਹੁੰਦਾ ਹੈ ਕਿ ਮੈਂ ਐਸਪਰੀਨ ਡਿਸਪਰੀਨ ਬੰਦ ਨਹੀਂ ਕਰਨੀ ਚਾਹੁੰਦਾ ਕਿਸੇ ਦੀ, ਪਰ ਜੇ ਤੁਸੀਂ ਕੁਦਰਤੀ ਤੌਰ ਤਰੀਕਿਆਂ ਦੇ ਵਿੱਚ ਬਲੱਡ ਥਿਨਰ ਲੈਣਾ ਹੈ ਤੇ ਲਸਣ ਇੱਕ ਇਹੋ ਜਿਹੀ ਚੀਜ਼ ਹੈ ਜਿਹੜਾ ਬਲੱਡ ਦੀ ਵਿਸਕੋਸਿਟੀ ਨੂੰ ਘਟਾਉਂਦਾ ਹੈ। ਬਲੱਡ ਦੀ ਵਿਸਕੋਸਿਟੀ ਮੀਨਸ ਘਣਤਾ, ਇਹਨੂੰ ਪਤਲਾ ਰੱਖਦਾ ਹੈ। ਇੱਕ ਕੰਮ ਤੇ ਜਿਹੜੀਆਂ ਸਾਡੀਆਂ ਬਲੱਡ ਵੈਸਲਸ ਨੇ, ਚਾਹੇ ਉਹ ਆਰਟਰੀਜ਼ ਨੇ, ਚਾਹੇ ਕੈਪਿਲਰੀਜ਼ ਨੇ, ਜਿੰਸ ਨੇ, ਇਹਨਾਂ ਨੂੰ ਨਰਮ ਤੇ ਫਲੈਕਸੀਬਲ ਰੱਖ, ਇਹਨਾਂ 'ਚ ਕ੍ਰੈਕਸ ਨਹੀਂ ਆਉਂਦੇ। ਬਹੁਤ ਵਾਰੀ ਖਾਸ ਕਰਕੇ ਲੇਡੀਜ਼ ਨੂੰ ਨੀਲ ਪੈ ਜਾਂਦੇ। ਉਹ ਨੀਲ ਦਾ ਮਤਲਬ ਹੁੰਦਾ ਹੈ ਕਿ ਉਹ ਬਲੱਡ ਵੈਸਲ ਕ੍ਰੈਕ ਹੋ। ਅੱਜ ਕੱਲ ਸਾਡੀ ਬਾਡੀ ਇਸਡਿਕ ਰਹਿੰਦੀ ਹੈ, ਬਹੁਤ ਤੇਜ਼ਾਬੀ ਮਾਦਾ ਸਾਡੇ 'ਚ ਜ਼ਿਆਦਾ, ਜਿਹਦੇ ਕਰਕੇ ਸਾਡੀਆਂ ਬਲੱਡ ਵੈਸਲ ਹਾਰਡਨ ਹੋ ਚੁੱਕੀਆਂ ਹੋਈਆਂ। ਹਾਰਡਨ ਹੋਣਾ ਤੇ ਬਿਮਾਰੀਆਂ ਵੀ ਨੇ, ਪਰ ਹਾਰਡਨ ਹੋ ਗਈਆਂ ਕਿ ਜਦੋਂ ਕਿਤੇ ਪ੍ਰੈਸ਼ਰ ਪੈਂਦਾ ਤੇ ਉਹ ਕ੍ਰੈਕ ਹੋ ਜਾਂਦੀ ਹੈ, ਫਲੈਕਸੀਬਲ ਨਹੀਂ ਹੈ, ਉਹਦੀ ਫਲੈਕਸੀਬਿਲਿਟੀ ਚਲੀ ਗਈ। ਜੇ ਅਸੀਂ ਲਸਣ ਦੀ ਵਰਤੋਂ ਕਰਦੇ ਰਹਾਂਗੇ, ਇਸ ਕਰਕੇ ਸਾਡੇ ਮਸਾਲਿਆਂ 'ਚ ਲਸਣ ਪੈਂਦਾ ਸੀ ਕਿ ਇਹੋ ਜਿਹੀਆਂ ਬਿਮਾਰੀਆਂ ਸਾਨੂੰ ਆਉਣ ਹੀ ਨਾ। ਪਰ ਅੱਜ ਜੇ ਅਸੀਂ ਹੁਣ ਐਕਸਟਰਾ ਲਸਣ ਦੀ ਵਰਤੋਂ ਕਰਾਂਗੇ ਤੇ ਉਹਦੇ ਨਾਲ ਜਿੱਥੇ ਸਾਡਾ ਬਲੱਡ ਪ੍ਰੈਸ਼ਰ ਘਟੇਗਾ ਬਿਕਾਜ਼ ਆਫ ਲਿਪਿਡ ਪ੍ਰੋਫਾਈਲ, ਬਲੱਡ ਸੀਰਮ ਕੋਲੇਸਟ੍ਰੋਲ ਵਧਿਆ ਹੋਣ ਕਰਕੇ ਉਹ ਠੀਕ ਉੱਥੇ ਨਾਲ ਦੀ ਨਾਲ ਸਾਡੇ ਬਲੱਡ ਨੂੰ ਥਿਨ ਕਰੇਗਾ, ਵਿਸਕੋਸਿਟੀ ਘਟਾਏਗਾ, ਪਲੱਸ ਸਾਡੀਆਂ ਬਲੱਡ ਵੈਸਲਸ ਨੂੰ ਨਰਮ ਕਰੇਗਾ, ਫਲੈਕਸੀਬਲ ਬਣਾਏਗਾ, ਤੇ ਉਹਦੇ ਨਾਲ ਹੈਮਰੇਜ ਹੋਣ ਦੀ ਜਾਂ ਕ੍ਰੈਕਸ ਆਉਣ ਦੀ ਨੌਬਤ ਨਹੀਂ ਆਏਗੀ, ਨਸੀਰ ਫੁੱਟਣ ਦੀ ਨੌਬਤ ਨਹੀਂ ਆਏਗੀ। ਸੋ ਇਸ ਕਰਕੇ ਜਿੱਥੇ ਕਿਤੇ ਆਇਲੀ ਸਬਸਟੈਂਸ ਸਾਡਾ ਪਿਛਲੇ 40-50 ਸਾਲਾਂ 'ਚ ਅਮਰੀਕਨ ਨੇ ਅੱਜ ਤਾਂ ਹੁਣ ਤਾਂ ਉਹਨਾਂ ਥੂ ਮਾਰਿਆ ਕਰਕੇ ਨਹੀਂ ਜੀ ਅਸੀਂ ਗਲਤ ਕੀਤਾ ਸੀ ਕਿ ਘਿਓ ਸਾਡਾ ਬੰਦ ਕਰ ਦਿੱਤਾ, ਮੱਖਣ ਸਾਡਾ ਬੰਦ ਕਰਤਾ, ਅਸੀਂ ਵੀ ਮਗਰ ਲੱਗੇ ਕਿ ਹਾਂ ਕੋਲੇਸਟ੍ਰੋਲ ਵਧਾਉਂਦਾ ਹੈ। ਲੇਕਿਨ ਹੁਣ ਉਹਨਾਂ ਨੇ ਲੇਟੈਸਟ ਜਿਹੜੀ ਰਿਸਰਚ ਸਾਡੇ ਸਾਹਮਣੇ ਲਈ ਜੋ ਕਹਿੰਦੇ ਜੀ ਇਹਦਾ ਤਾਂ ਕਸੂਰ ਹੀ ਕੋਈ ਨਹੀਂ ਸੀ ਲਿਪਿਡ ਪ੍ਰੋਫਾਈਲ ਵਾਸਤੇ। ਸੋ ਇਸ ਕਰਕੇ ਤੁਸੀਂ ਖਾ ਸਕਦੇ ਹੋ, ਇੱਥੋਂ ਤੱਕ ਠੀਕ ਠਾਕ ਹੈ।
ਲੇਕਿਨ ਅਸੀਂ ਘਿਓ ਬੰਦ ਕਰ ਦਿੱਤਾ ਤੇ ਐਸਿਡ ਸਾਡੀ ਬਾਡੀ ਨੂੰ ਐਸਿਡ ਨੂੰ ਨਿਊਟਰਲ ਕਰਨ ਵਾਲਾ ਏਜੰਟ ਸੀਗਾ ਘਿਓ, ਔਰ ਨਾਲ ਦੀ ਨਾਲ ਐਸਿਡ ਸਾਡੀ ਬਾਡੀ ਦੇ ਵਿੱਚ ਇੰਨਾ ਜ਼ਿਆਦਾ ਹੋ ਗਿਆ ਕਿ ਸਾਨੂੰ ਐਸਿਡ ਦੀ ਬਤਾਤ ਨੇ ਬਹੁਤ ਸਾਰੀਆਂ ਹੋਰ ਪ੍ਰੋਬਲਮਸ ਦੇ, ਹੁਣ ਹਾਈਪਰ ਐਸਿਡਿਟੀ ਕਰਕੇ, ਐਸਿਡੋਸਿਸ ਕਰਕੇ, ਬਾਡੀ ਏਕਸ ਕਰਕੇ, ਅੰਦਰ ਦੀ ਸੂਜਨ ਵਧਣ ਕਰਕੇ, ਈਵਨ ਬਲੱਡ ਵੈਸਲਸ ਨੇ ਜਿਹੜੀਆਂ ਇਹਨਾਂ ਨੂੰ ਹਾਰਡਨ ਕਰਕੇ ਸਾਨੂੰ ਹੋਰ ਵੀ ਤਰ੍ਹਾਂ ਦੀਆਂ ਪ੍ਰੋਬਲਮਸ ਆ। ਸੋ ਅਗਰ ਅਸੀਂ ਲਸਣ ਦੀ ਐਪਰੋਪਰੀਏਟ ਵਰਤੋਂ ਰੋਜ਼ ਕਰਦੇ ਰਵਾਂਗੇ ਤੇ ਸਾਨੂੰ ਇਹ ਸਾਰੀਆਂ ਬਿਮਾਰੀਆਂ ਤੋਂ ਬਚਾ ਰਹੇਗਾ। ਲਸਣ ਨੂੰ 48 ਤਰੀਕੇ ਆ ਜੀ ਸਾਡੇ ਕੋਲ ਪੁਰਾਣੀਆਂ ਗ੍ਰੰਥਾਂ ਦੇ ਵਿੱਚ ਦਿੱਤੇ ਹੋਏ ਕਿ ਲਸਣ ਨੂੰ ਬੋਇਲ ਕਰਕੇ ਵੀ ਖਾ ਸਕਦੇ ਹੋ, ਲਸਣ ਦੀ ਖੀਰ ਬਣਾ ਕੇ ਵੀ ਖਾ ਸਕਦੇ ਹੋ, ਲਸਣ ਨੂੰ ਸਿਰਕੇ 'ਚ ਪਾ ਕੇ ਵੀ ਖਾ ਸਕਦੇ ਹੋ, ਲਸਣ ਨੂੰ ਰੋਸਟ ਕਰਕੇ ਵੀ ਖਾ ਸਕਦੇ ਹੋ। ਲਸਣ ਨੂੰ ਖਾਣ ਦੇ ਬਹੁਤ ਤਰੀਕੇ ਆ, ਲੇਕਿਨ ਉਹ ਉਦੋਂ ਵਰਤਦੇ ਆ ਜਦੋਂ ਇੱਕ ਤਰੀਕੇ ਦੇ ਨਾਲ ਲਸਣ ਸਾਨੂੰ ਸੂਟ ਨਹੀਂ ਕਰਦਾ। ਅੱਜ ਕੱਲ ਅਕਸਰ ਪ੍ਰਚਲਿਤ ਆ, ਸਵੇਰੇ ਜਿਹੜੇ ਯੋਗਾ ਕਰਾਉਂਦੇ ਨੇ ਬਾਬੇ, ਉਹਨਾਂ ਚ ਸਵੇਰੇ ਖਾਲੀ ਪੇਟ ਲਸਣ ਖਾਣਾ। ਨੋ, ਐਬਸੋਲੂਟ ਖਾਲੀ ਪੇਟ ਲਸਣ ਜਿਹੜਾ ਆ ਇਹਦੇ ਚ ਐਸਿਡ ਬਹੁਤ ਜ਼ਿਆਦਾ ਹੁੰਦਾ, ਵੋਲਾਟਿਲਿਟੀ ਬਹੁਤ ਹੈ। ਜਦੋਂ ਅਸੀਂ ਖਾਲੀ ਪੇਟ ਖਾਵਾਂਗੇ ਤੇ ਸਾੜ ਪਾਏਗਾ। ਸੋ ਇਸ ਕਰਕੇ ਇਹਨੂੰ ਕਦੇ ਵੀ ਖਾਲੀ ਪੇਟ ਨਾ ਖਾਓ, ਇਨ ਬਿਟਵੀਨ ਦਾ ਮੀਲਸ ਲੈਣਾ ਹੁੰਦਾ ਹੈ। ਤੁਸੀਂ ਸਲਾਈਸਿਸ ਕਰਕੇ ਸਵੈਲੋ ਕਰ ਸਕਦੇ ਹੋ ਇਨ ਬਿਟਵੀਨ ਦਾ ਮੀਲਸ, ਜਾਂ ਇਹਨੂੰ ਸਿਰਕਾ ਪਾ ਕੇ, ਬੋਇਲ ਕਰਕੇ, ਰੋਸਟ ਕਰਕੇ, ਖੀਰ ਬਣਾ ਕੇ, ਬੜੇ ਢੰਗ ਤਰੀਕੇ ਨੇ ਉਹਦੇ ਨਾਲ ਕਿ ਤੁਹਾਨੂੰ ਐਸਿਡਿਟੀ ਨਾ ਕਰੇ। ਇਹਦੀ ਵਰਤੋਂ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਖਾਓ, ਇਹਦੀ ਵਰਤੋਂ ਦੇ ਨਾਲ ਸਾਡਾ ਖੂਨ ਜਿਹੜਾ ਆ ਉਹ ਗਾੜਾ ਨਹੀਂ ਹੋਏਗਾ, ਇਹਦੇ ਨਾਲ ਸਾਡੀਆਂ ਬਲੱਡ ਵੈਸਲ ਨੇ, ਖੂਨ ਦੀਆਂ ਧਮਨੀਆਂ ਸਖਤ ਨਹੀਂ ਹੋਣਗੀਆਂ। ਇਹਦੇ ਕਰਕੇ ਸਾਡੇ ਸਰੀਰ ਦੇ ਅੰਦਰ ਕਈ ਤਰ੍ਹਾਂ ਦੀ ਫੰਗਸ, ਕਈ ਤਰ੍ਹਾਂ ਦੇ ਵਾਇਰਸ, ਕਈ ਤਰ੍ਹਾਂ ਦਾ ਬੈਕਟੀਰੀਆ ਮਰੇਗਾ, ਖਾਸ ਕਰਕੇ ਜਿਹੜਾ ਸਾਡੇ ਕੋਲ ਇੰਟੈਸਟਾਈਨਲ ਟ੍ਰੈਕਟ ਦੇ ਵਿੱਚ ਹੈ। ਸੋ ਇਹਦੀ ਭਰਪੂਰ ਵਰਤੋਂ ਕਰਨੀ ਚਾਹੀਦੀ ਜੀ। ਡਾਕਟਰ ਸਾਹਿਬ, ਹਿੰਗ ਅਤੇ ਲਸਣ ਦੇ ਮੁਤਲਕ ਤੇ ਇਹ ਕਿਹੜੀਆਂ ਬਿਮਾਰੀਆਂ ਤੋਂ ਸਾਨੂੰ ਨਿਜਾਤ ਦਿਵਾਉਂਦਾ ਤੇ ਕਿਵੇਂ ਵਰਤੋਂ ਕਰਨੀ ਚਾਹੀਦੀ ਹੈ, ਤੇ ਪੁਰਾਤਨ ਸਮੇਂ ਤੋਂ ਇਹਦੀ ਕਿਉਂ ਵਰਤੋਂ ਕੀਤੀ ਜਾਂਦੀ ਸੀ, ਵਿਸਥਾਰਤ ਜਾਣਕਾਰੀ ਦਿੱਤੀ ਹੈ। ਅਗਲੇ ਪ੍ਰੋਗਰਾਮ ਦੇ ਵਿੱਚ ਹੋਰ ਕਿਸੇ ਮਸਲੇ ਦੇ ਉੱਤੇ, ਕਿਸੇ ਬਿਮਾਰੀ ਦੇ ਉੱਤੇ ਗੱਲਬਾਤ ਕਰਾਂਗੇ। ਤੁਹਾਡਾ ਤਹਿ ਦਿਲੋਂ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਦੋਸਤੋ, ਇਹ ਸਨ ਡਾਕਟਰ ਅਰੀਦਮਨ ਮਾਹਲ, ਜਿਨ੍ਹਾਂ ਨੇ ਵਿਸਥਾਰਤ ਜਾਣਕਾਰੀ ਹਿੰਗ, ਲਸਣ ਦੇ ਨਾਲ ਸੰਬੰਧਿਤ ਦਿੱਤੀ ਹੈ ਤੇ ਨਾਲ ਕਿਹੜੀਆਂ ਬਿਮਾਰੀਆਂ ਤੋਂ ਸਾਨੂੰ ਇਹ ਨਿਜਾਤ ਦਿਵਾਉਂਦੇ ਨੇ। ਉਮੀਦ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ, ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ, ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।